ਸਤਿ ਸ੍ਰੀ ਅਕਾਲ। ਇੰਜੋਏ ਸਟੋਰੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਮੇਰੀ ਇੱਕ ਲੜਕੀ ਦੇ ਨਾਲ ਦੋਸਤੀ ਹੋ ਗਈ। ਉਹ ਮੈਨੂੰ ਹਰ ਰੋਜ਼ ਕਹਿੰਦੀ ਕਿ ਦੀਦੀ ਤੁਸੀਂ ਮੇਰੀ ਜਗ੍ਹਾ 'ਤੇ ਸੌਂ ਜਾਓ, ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਨੂੰ ਲੱਗਿਆ ਕਿ ਸ਼ਾਇਦ ਉਸਨੂੰ ਉਹਦਾ ਬਿਸਤਰਾ ਪਸੰਦ ਨਹੀਂ ਹੋਵੇਗਾ। ਮੈਂ ਉਸਦਾ ਬਿਸਤਰਾ ਬਦਲਵਾ ਦਿੱਤਾ, ਪਰ ਉਸਨੇ ਮੈਨੂੰ ਦੂਜੇ ਦਿਨ ਵੀ ਇਹੀ ਕਿਹਾ। ਇਸ ਵਾਰ ਮੈਂ ਉਸਦੀ ਗੱਲ ਮੰਨ ਲਈ ਅਤੇ ਉਸ ਦੀ ਜਗ੍ਹਾ 'ਤੇ ਸੌਂ ਗਈ। ਮੈਨੂੰ ਸੁੱਤੀ ਹੋਏ ਕੁਝ ਹੀ ਦੇਰ ਹੋਈ ਸੀ। ਪਾਪਾ ਨੂੰ ਦੇਖੀਆਂ ਹੋਈਆਂ ਗੱਲਾਂ 'ਤੇ ਯਕੀਨ ਨਹੀਂ ਹੁੰਦਾ, ਕਿਉਂਕਿ ਅੱਜ ਦੇ ਦੌਰ ਵਿੱਚ ਇਨਸਾਨ ਉਹੀ ਕਰਦਾ ਜਿਸ ਵਿੱਚ ਉਸ ਨੂੰ ਫਾਇਦਾ ਹੋਵੇ। ਬਿਨਾਂ ਆਪਣੇ ਫਾਇਦੇ ਦੇ ਕੋਈ ਵੀ ਕਿਸੇ ਦੀ ਮਦਦ ਨਹੀਂ ਕਰਦਾ। ਮੇਰਾ ਨਾਮ ਮਨੂ ਹੈ। ਮੇਰੀ ਉਮਰ 35 ਸਾਲ ਹੈ। ਮੈਂ ਆਪਣੇ ਘਰ ਵਿੱਚ ਆਪਣੀ ਮਾਂ ਦੇ ਨਾਲ ਰਹਿੰਦੀ ਸੀ। ਸਾਡਾ ਦੋਨਾਂ ਦਾ ਇੱਕ ਦੂਜੇ ਦੇ ਇਲਾਵਾ ਇਸ ਦੁਨੀਆ ਵਿੱਚ ਕੋਈ ਹੋਰ ਸਹਾਰਾ ਨਹੀਂ ਸੀ। ਮੇਰੇ ਪਤੀ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਚੁੱਕਿਆ ਸੀ। ਮੇਰੇ ਪਤੀ ਇਸ ਦੁਨੀਆ ਵਿੱਚ ਨਹੀਂ ਸੀ, ਇਸ ਲਈ ਮੈਂ ਅਤੇ ਮੇਰੀ ਮਾਂ ਇਕੱਲੇ ਰਹਿੰਦੇ ਸੀ। ਇਸ ਲਈ ਮਾਂ ਨੇ ਮੈਨੂੰ ਇਕੱਲੀ ਨੂੰ ਹੀ ਪਾਲ ਲਿਆ ਸੀ। ਮੇਰੇ ਵਿਆਹ ਤੋਂ ਬਾਅਦ ਵੀ ਮੇਰੀ ਮਾਂ ਇਕੱਲੀ ਹੀ ਰਹਿੰਦੀ ਸੀ। ਮੈਂ ਉਹਨਾਂ ਦੀ ਇਕਲੌਤੀ ਔਲਾਦ ਸੀ। ਮੇਰੇ ਸਹੁਰੇ ਘਰ ਵਿੱਚ ਮੇਰੇ ਸੱਸ ਸਹੁਰਾ ਅਤੇ ਇੱਕ ਦਿਓਰ ਸੀ। ਮੇਰੇ ਸੱਸ ਸਹੁਰਾ ਕਦੇ ਕਦੇ ਮੈਨੂੰ ਮਿਲਣ ਆ ਜਾਂਦੇ ਸੀ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਨੂੰ ਵਿਆਹ ਦੇ ਲਈ ਕਿਹਾ, ਪਰ ਮੈਂ ਮਨਾ ਕਰ ਦਿੱਤਾ, ਕਿਉਂਕਿ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ। ਇਕੱਲੀ ਮਾਂ ਦੇ ਨਾਲ ਰਹਿਣਾ ਚਾਹੁੰਦੀ ਸੀ, ਕਿਉਂਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਮੇਰੇ ਲਈ ਕੱਢ ਦਿੱਤੀ ਸੀ। ਹੁਣ ਮੇਰਾ ਫਰਜ਼ ਵੀ ਬਣਦਾ ਸੀ ਕਿ ਮੈਂ ਉਹਨਾਂ ਦੇ ਲਈ ਕੁਝ ਕਰਾਂ ਅਤੇ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣਾ। ਮੇਰੀ ਮਾਂ ਲੋਕਾਂ ਦੇ ਕੱਪੜੇ ਸਿਉਂ ਕੇ ਗੁਜ਼ਾਰਾ ਕਰਦੀ ਸੀ, ਲੇਕਿਨ ਅੱਜ ਕੱਲ੍ਹ ਉਹਨਾਂ ਦੀ ਤਬੀਅਤ ਖਰਾਬ ਰਹਿਣ ਲੱਗ ਗਈ ਸੀ। ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਕੱਪੜੇ ਸਿਉਣਾ ਬੰਦ ਕਰ ਦਿਓ, ਤੁਹਾਡੀ ਤਬੀਅਤ ਠੀਕ ਨਹੀਂ ਰਹਿੰਦੀ। ਮੈਂ ਕੋਈ ਨਾ ਕੋਈ ਕੰਮ ਲੱਭ ਲੈਂਦੀ ਹਾਂ। ਜ਼ਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ। 10ਵੀਂ ਦੇ ਬਾਅਦ ਹੀ ਮੇਰੀ ਮਾਂ ਨੇ ਮੇਰਾ ਵਿਆਹ ਕਰ ਦਿੱਤਾ, ਕਿਉਂਕਿ ਉਹਨਾਂ ਨੇ ਮੇਰੇ ਵਿਆਹ ਦੀ ਬੜੀ ਫਿਕਰ ਰਹਿੰਦੀ ਸੀ। ਮੈਨੂੰ ਕਿਸੇ ਸਕੂਲ ਵਿੱਚ ਜੌਬ ਮਿਲਣਾ ਤਾਂ ਬੜਾ ਮੁਸ਼ਕਿਲ ਸੀ। ਮੈਂ ਆਪਣੇ ਗਵਾਂਢੀਆਂ ਨੂੰ ਕਹਿ ਰੱਖਿਆ ਸੀ ਕਿ ਜੇ ਕੋਈ ਕੰਮ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ। ਉਦੋਂ ਹੀ ਉਹਨਾਂ ਨੇ ਮੈਨੂੰ ਦੱਸਿਆ ਕਿ ਅਨਾਥ ਆਸ਼ਰਮ ਵਿੱਚ ਇੱਕ ਔਰਤ ਦੀ ਜ਼ਰੂਰਤ ਹੈ। ਇੱਥੇ ਕੰਮ ਕਰਨਾ ਵੀ ਹੋਵੇਗਾ। ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ, ਤੈਨੂੰ ਉੱਥੇ ਜਾ ਕੇ ਹੀ ਪਤਾ ਕਰਨਾ ਪੈਣਾ। ਮੈਂ ਉਹਨਾਂ ਤੋਂ ਐਡਰੈਸ ਲਿਆ ਅਤੇ ਅਗਲੇ ਦਿਨ ਆਪਣੀ ਮਾਂ ਨੂੰ ਕਹਿ ਕੇ ਅਨਾਥ ਆਸ਼ਰਮ ਚਲੀ ਗਈ। ਮੈਂ ਜਦੋਂ ਉੱਥੇ ਪਹੁੰਚੀ ਤਾਂ ਉੱਥੇ ਇੱਕ ਘਰ ਦੀ ਤਰ੍ਹਾਂ ਬਣਿਆ ਹੋਇਆ ਸੀ। ਮੈਂ ਗੇਟ ਦੇ ਅੰਦਰ ਗਈ। ਉੱਥੇ ਗਰਾਊਂਡ ਵਿੱਚ ਬੱਚੇ ਖੇਡ ਰਹੇ ਸੀ। ਉਹ ਘਰ ਅੰਦਰੋਂ ਕਾਫੀ ਵੱਡਾ ਸੀ ਅਤੇ ਕਾਫੀ ਕਮਰੇ ਸੀ। ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਜਿੱਥੇ ਵਾਚਮੈਨ ਰਹਿੰਦਾ ਸੀ। ਉਸ ਤੋਂ ਆਫਿਸ ਦਾ ਪਤਾ ਪੁੱਛਿਆ ਤਾਂ ਉਸਨੇ ਸਾਹਮਣੇ ਕਮਰੇ ਵੱਲ ਇਸ਼ਾਰਾ ਕਰ ਦਿੱਤਾ। ਮੈਂ ਅੰਦਰ ਚਲੀ ਗਈ। ਅੰਦਰ ਦੇਖਿਆ ਤਾਂ ਇੱਕ ਮੈਡਮ ਬੈਠੀ ਸੀ। ਉਸ ਨੂੰ ਅੰਦਰ ਆਉਣ ਲਈ ਪੁੱਛਿਆ ਤਾਂ ਉਸਨੇ ਮੁਸਕਰਾ ਕੇ ਕਿਹਾ, ਅੰਦਰ ਆ ਜਾਓ। ਮੈਂ ਉਸਨੂੰ ਕਿਹਾ ਕਿ ਨੌਕਰੀ ਦੇ ਲਈ ਆਈ ਹਾਂ। ਉਸਨੇ ਮੈਨੂੰ ਮੇਰਾ ਨਾਮ ਅਤੇ ਪੜ੍ਹਾਈ ਬਾਰੇ ਪੁੱਛਿਆ। ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ। ਉਹਨਾਂ ਨੇ ਕਿਹਾ, ਠੀਕ ਹੈ, ਤੂੰ ਕੱਲ੍ਹ ਆ ਜਾਵੀਂ, ਲੇਕਿਨ ਇੱਥੇ ਜੋ ਔਰਤਾਂ ਕੰਮ ਕਰਦੀਆਂ ਹਨ ਉਹਨਾਂ ਨੂੰ ਇੱਥੇ ਹੀ ਰਹਿਣਾ ਪੈਂਦਾ। ਸਿਰਫ ਐਤਵਾਰ ਨੂੰ ਹੀ ਆਪਣੇ ਘਰ ਜਾਂਦੇ ਆ। ਇਹ ਗੱਲ ਸੁਣ ਕੇ ਮੈਨੂੰ ਮੇਰੀ ਮਾਂ ਦਾ ਖਿਆਲ ਆਇਆ। ਮੈਂ ਆਪਣੀ ਮਾਂ ਨੂੰ ਘਰ ਵਿੱਚ ਇਕੱਲਾ ਕਿਵੇਂ ਛੱਡ ਸਕਦੀ ਸੀ। ਉਸ ਦੀ ਤਾਂ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ। ਮੈਡਮ ਨੂੰ ਕਿਹਾ ਕਿ ਮੈਂ ਰੋਜ਼ ਨਹੀਂ ਆ ਸਕਦੀ, ਤਾਂ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਅਤੇ ਕਿਹਾ ਕਿ ਇੱਥੇ ਹਰ ਟਾਈਮ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਹੈ। ਉਹਨਾਂ ਦੇ ਕੋਲ ਹਰ ਸਮੇਂ ਕਿਸੇ ਨਾ ਕਿਸੇ ਨੂੰ ਰਹਿਣਾ ਜ਼ਰੂਰੀ ਹੁੰਦਾ ਹੈ। ਵੈਸੇ ਇੱਥੇ ਤੇਰੇ ਤੋਂ ਇਲਾਵਾ 2-3 ਲੜਕੀਆਂ ਹੋਰ ਹਨ, ਲੇਕਿਨ ਉਹਨਾਂ ਨੂੰ ਵੀ ਕੰਮ ਹੁੰਦਾ ਹੈ। ਮੈਂ ਮੈਡਮ ਤੋਂ ਪੁੱਛਿਆ ਕਿ ਇੱਥੇ ਕੀ ਕੰਮ ਕਰਨਾ ਪੈਂਦਾ ਹੈ। ਮੈਡਮ ਨੇ ਦੱਸਿਆ ਕਿ ਬੱਚਿਆਂ ਨੂੰ ਖਵਾਉਣ ਪਿਆਉਣ ਦੀ ਜ਼ਿੰਮੇਵਾਰੀ ਤੇਰੀ ਹੀ ਹੋਵੇਗੀ ਅਤੇ ਤੈਨੂੰ ਬੱਚਿਆਂ ਦਾ ਖਿਆਲ ਰੱਖਣਾ ਪਵੇਗਾ। ਇਸ ਤੋਂ ਇਲਾਵਾ ਇੱਥੇ ਹੋਰ ਕੋਈ ਕੰਮ ਨਹੀਂ ਹੈ। ਮੈਂ ਉਸ ਨੂੰ ਕੁਝ ਹੋਰ ਗੱਲਾਂ ਕੀਤੀਆਂ ਅਤੇ ਫਿਰ ਮੈਂ ਉੱਥੋਂ ਉੱਠ ਕੇ ਆਪਣੇ ਘਰ ਆ ਗਈ। ਮੈਨੂੰ ਉੱਥੇ ਰੁਕਣ ਲਈ ਕੋਈ ਇਤਰਾਜ਼ ਨਹੀਂ ਸੀ, ਪਰ ਆਪਣੀ ਮਾਂ ਦੀ ਫਿਕਰ ਕਿਉਂਕਿ ਮੈਂ ਉਸਨੂੰ ਇਕੱਲੀ ਨਹੀਂ ਸੀ ਛੱਡ ਸਕਦੀ। ਜਦੋਂ ਮੈਂ ਘਰ ਆਈ ਤਾਂ ਮਾਂ ਨੇ ਪੁੱਛਿਆ ਕਿ ਤੂੰ ਨੌਕਰੀ 'ਤੇ ਗਈ ਸੀ, ਮਿਲੀ ਜਾਂ ਨਹੀਂ।
ਮੈਂ ਮਾਂ ਨੂੰ ਸਭ ਕੁਝ ਦੱਸ ਦਿੱਤਾ। ਮਾਂ ਨੇ ਮੈਨੂੰ ਕਿਹਾ ਕਿ ਇਹ ਨੌਕਰੀ ਮੈਨੂੰ ਪਸੰਦ ਆ, ਪੈਸੇ ਵੀ ਸਹੀ ਮਿਲ ਰਹੇ ਹਨ, ਤੂੰ ਇਹ ਨੌਕਰੀ ਕਰ ਲੈ, ਮੇਰੀ ਫਿਕਰ ਨਾ ਕਰ, ਮੈਂ ਇਕੱਲੀ ਰਹਿ ਲਵਾਂਗੀ। ਮਾਂ ਦੀ ਇਹ ਗੱਲ ਸੁਣ ਕੇ ਮੈਂ ਸੰਤੁਸ਼ਟ ਹੋ ਗਈ ਤੇ ਆਪਣੇ ਕੱਪੜੇ ਤੇ ਜ਼ਰੂਰੀ ਸਮਾਨ ਲੈ ਕੇ ਆਸ਼ਰਮ ਦੇ ਲਈ ਆ ਗਈ। ਮੈਡਮ ਨੇ ਮੈਨੂੰ ਆਪਣਾ ਕਮਰਾ ਦਿਖਾ ਦਿੱਤਾ ਤੇ ਆਪਣੇ ਕਮਰੇ ਵਿੱਚ ਸਮਾਨ ਤੇ ਕੱਪੜੇ ਰੱਖੇ। ਮੇਰੇ ਨਾਲ 3 ਹੋਰ ਕੁੜੀਆਂ ਵੀ ਰਹਿੰਦੀਆਂ ਸਨ, ਪਰ ਉਹ ਉਸ ਸਮੇਂ ਮੇਰੇ ਕਮਰੇ ਵਿੱਚ ਕੋਈ ਨਹੀਂ ਸੀ। ਮੈਂ ਥੋੜ੍ਹਾ ਆਰਾਮ ਕੀਤਾ ਤੇ ਫਿਰ ਮੈਂ ਬਾਹਰ ਆ ਗਈ। ਬਾਹਰ ਆ ਕੇ ਮੈਨੂੰ ਇੱਕ ਲੜਕੀ ਮਿਲੀ ਜੋ ਇੱਥੇ ਕੰਮ ਕਰਦੀ ਸੀ। ਉਸਨੇ ਮੈਨੂੰ ਸਾਰਾ ਕੁਝ ਸਮਝਾ ਦਿੱਤਾ। ਉੱਥੇ ਇੱਕ ਕਮਰਾ ਬਣਿਆ ਹੋਇਆ ਸੀ ਜਿਸ ਵਿੱਚ ਸਾਰੇ ਬੱਚਿਆਂ ਨੂੰ ਖਾਣਾ ਖਵਾਇਆ ਜਾਂਦਾ ਸੀ। ਇਹ ਇੱਕ ਆਂਟੀ ਰੱਖੀ ਹੋਈ ਸੀ ਜੋ ਖਾਣਾ ਬਣਾਉਂਦੀ ਸੀ। ਵਧੀਆ ਸਮਾਂ ਗੁਜ਼ਰਦਾ ਸੀ। ਬੱਚੇ ਸਾਰਾ ਦਿਨ ਖੇਡਣ ਵਿੱਚ ਮਸਤ ਰਹਿੰਦੇ ਸਨ। ਇੱਥੇ ਮੇਰੇ ਸਭ ਨਾਲ ਵਧੀਆ ਦੋਸਤੀ ਹੋ ਗਈ। ਮੈਂ ਇੱਕ ਗੱਲ ਨੋਟਿਸ ਕੀਤੀ ਕਿ ਇੱਥੇ ਹਰ ਰੋਜ਼ ਕੋਈ ਨਾ ਕੋਈ ਬੱਚਾ ਅਡੋਪਟ ਹੋ ਜਾਂਦਾ ਰਿਹਾ। ਰੋਜ਼ ਕੋਈ ਨਾ ਕੋਈ ਫੈਮਿਲੀ ਕਿਸੇ ਨਾ ਕਿਸੇ ਬੱਚੇ ਨੂੰ ਲੈਣ ਆਉਂਦੀ ਰਹਿੰਦੀ ਸੀ ਤੇ ਮੈਡਮ ਉਹਨਾਂ ਨੂੰ ਬੱਚਾ ਦੇ ਦਿੰਦੀ ਤੇ ਇੱਥੇ ਮੈਡਮ ਬੱਚਿਆਂ ਨੂੰ ਹਰ ਚੀਜ਼ ਦੀ ਸਹੂਲਤ ਦੇ ਰਹੀ ਸੀ। ਉਹਨਾਂ ਦਿਨਾਂ ਵਿੱਚ ਇੱਕ 13-14 ਸਾਲਾਂ ਦੀ ਬੱਚੀ, ਉਸ ਦਾ ਇੱਕ ਹੱਥ ਖਰਾਬ ਸੀ, ਉਹ ਉੱਥੇ ਆਈ ਤੇ ਉਹ ਬਹੁਤ ਹੀ ਡਰੀ ਰਹਿੰਦੀ ਸੀ। ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦੀ। ਉਹ ਖਾਣਾ ਵੀ ਚੰਗੀ ਤਰ੍ਹਾਂ ਨਹੀਂ ਸੀ ਖਾਂਦੀ। ਇੱਕ ਦਿਨ ਮੈਂ ਉਸਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਇਆ ਤੇ ਮੈਂ ਉਸਨੂੰ ਪੁੱਛਿਆ ਕਿ ਉਹ ਕਿਸੇ ਨਾਲ ਗੱਲ ਕਿਉਂ ਨਹੀਂ ਕਰਦੀ। ਉਸਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਮੈਂ ਹਰ ਰੋਜ਼ ਉਸਨੂੰ ਉਸ ਕੁੜੀ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਦੀ। ਹੌਲੀ ਹੌਲੀ ਕਰਕੇ ਉਹ ਮੇਰੇ ਨਾਲ ਬੋਲਣ ਲੱਗ ਪਈ। ਹੁਣ ਉਹ ਅਕਸਰ ਮੇਰੇ ਨਾਲ ਹੀ ਰਹਿੰਦੀ ਸੀ। ਇੱਕ ਦਿਨ ਉਹ ਲੜਕੀ ਬਹੁਤ ਘਬਰਾਈ ਹੋਈ ਸੀ ਤਾਂ ਮੇਰੇ ਕੋਲ ਆਈ ਤੇ ਕਹਿਣ ਲੱਗੀ, ਦੀਦੀ ਤੁਸੀਂ ਮੇਰੀ ਜਗ੍ਹਾ 'ਤੇ ਸੌਂ ਜਾਇਆ ਕਰੋ, ਮੈਨੂੰ ਸੌਣ ਤੋਂ ਬਾਅਦ ਬਹੁਤ ਦਰਦ ਹੁੰਦਾ ਹੈ। ਮੈਂ ਉਸਨੂੰ ਪੁੱਛਿਆ ਕਿ ਤੈਨੂੰ ਆਪਣੀ ਜਗ੍ਹਾ ਨਾਲ ਤਾਂ ਕੋਈ ਪਰੇਸ਼ਾਨੀ ਨਹੀਂ, ਤਾਂ ਉਸਨੇ ਮੈਨੂੰ ਕੋਈ ਜਵਾਬ ਨਾ ਦਿੱਤਾ। ਉਹ ਬਸ ਮੈਨੂੰ ਇਹੀ ਕਹਿੰਦੀ ਰਹੀ ਕਿ ਤੁਸੀਂ ਮੇਰੀ ਜਗ੍ਹਾ 'ਤੇ ਸੌਂ ਜਾਇਆ ਕਰੋ, ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਂ ਕਿਹਾ ਠੀਕ ਆ, ਤੂੰ ਫਿਕਰ ਨਾ ਕਰ, ਮੈਂ ਕੁਝ ਕਰਦੀ ਹਾਂ। ਮੈਂ ਸੋਚਿਆ ਸ਼ਾਇਦ ਕੋਈ ਬੱਚਾ ਹੋਵੇਗਾ ਜੋ ਉਸ ਨੂੰ ਪਰੇਸ਼ਾਨ ਕਰਦਾ ਹੋਵੇਗਾ, ਮੈਨੂੰ ਇਸ ਤਰ੍ਹਾਂ ਆਪਣੀ ਜਗ੍ਹਾ ਬਦਲਣ ਨੂੰ ਕਹਿ ਰਹੀ ਹੈ। ਮੈਂ ਵੀਨਾ ਨੂੰ ਕਹਿ ਕੇ ਉਸ ਦੀ ਜਗ੍ਹਾ ਬਦਲਵਾ ਦਿੱਤੀ ਤੇ ਮੈਂ ਬੱਚਿਆਂ ਦੇ ਕੋਲ ਜਾ ਕੇ ਬੈਠ ਗਈ। ਸਾਡਾ ਕਮਰਾ ਬੱਚਿਆਂ ਦੇ ਕਮਰੇ ਨਾਲੋਂ ਥੋੜ੍ਹਾ ਦੂਰ ਸੀ। ਉਹ ਆਸ਼ਰਮ ਵਿੱਚ 40 ਤੋਂ 50 ਦੇ ਕਰੀਬ ਬੱਚੇ ਸੀ। ਲੜਕੀਆਂ ਦਾ ਕਮਰਾ ਅਲੱਗ ਸੀ ਤੇ ਲੜਕਿਆਂ ਦਾ ਕਮਰਾ ਅਲੱਗ ਸੀ। ਮੈਡਮ ਨੇ ਹਰ ਚੀਜ਼ ਦਾ ਉੱਥੇ ਬੜਾ ਖਿਆਲ ਰੱਖਦੀ ਸੀ ਤੇ ਬੱਚਿਆਂ ਦੇ ਲਈ ਹਰ ਤਰੀਕੇ ਦੀ ਸਹੂਲਤ ਸੀ। ਅਸੀਂ ਰਾਤ ਦਾ ਖਾਣਾ ਖਾਧਾ ਤੇ ਆਪਣੇ ਕਮਰੇ ਵਿੱਚ ਆ ਕੇ ਸੌਂ ਗਏ। ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਰੋਜ਼ ਦੀ ਤਰ੍ਹਾਂ ਆਪਣੇ ਕੰਮਾਂ ਵਿੱਚ ਲੱਗ ਗਈ। ਅੱਜ ਦੁਪਹਿਰ ਦਾ ਖਾਣੇ ਦਾ ਸਮਾਂ ਹੋਇਆ ਤਾਂ ਮੈਂ ਪਿੰਕੀ ਦੇ ਕੋਲ ਜਾ ਕੇ ਪੁੱਛਿਆ, ਅੱਜ ਤਾਂ ਤੈਨੂੰ ਚੰਗੀ ਨੀਂਦ ਆਈ ਹੋਵੇਗੀ, ਹੁਣ ਤਾਂ ਮੈਂ ਤੇਰੀ ਜਗ੍ਹਾ ਵੀ ਬਦਲ ਦਿੱਤੀ। ਪਰ ਬਾਕੀ ਦਿਨਾਂ ਦੀ ਤਰ੍ਹਾਂ ਉਹ ਅੱਜ ਵੀ ਉਦਾਸ ਸੀ ਤੇ ਮੈਨੂੰ ਉਹ ਵੀ ਕਹਿਣ ਲੱਗੀ ਕਿ ਮੇਰੀ ਜਗ੍ਹਾ 'ਤੇ ਦੀਦੀ ਤੁਸੀਂ ਸੌਂ ਜਾਓ, ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਂ ਉਸ ਨੂੰ ਪੁੱਛਿਆ ਕਿ ਹੁਣ ਕਿਹੜਾ ਦਰਦ ਹੁੰਦਾ ਹੈ ਤੈਨੂੰ, ਹੁਣ ਕੋਈ ਬੱਚਾ ਤੈਨੂੰ ਪਰੇਸ਼ਾਨ ਵੀ ਨਹੀਂ ਕਰਦਾ। ਇੰਨੇ ਨੂੰ ਮੈਡਮ ਮੇਰੇ ਕੋਲ ਆ ਕੇ ਉਸਨੇ ਮੈਨੂੰ ਕੋਈ ਜਵਾਬ ਨਾ ਦਿੱਤਾ। ਉਹ ਆਪਣੇ ਕਮਰੇ ਵਿੱਚ ਚਲੀ ਗਈ। ਜਦੋਂ ਪਿੰਕੀ ਮੈਨੂੰ ਮਿਲਦੀ ਤਾਂ ਉਹ ਇਹੀ ਗੱਲ ਕਹਿੰਦੀ ਕਿ ਮੈਂ ਉਸਦੀ ਗੱਲ ਹੁਣ ਟਾਲ ਦਿੰਦੀ ਸੀ। ਮੈਨੂੰ ਲੱਗਿਆ ਸ਼ਾਇਦ ਉਹ ਇੱਥੇ ਰਹਿਣਾ ਹੀ ਨਹੀਂ ਚਾਹੁੰਦੀ, ਇਸ ਲਈ ਮੈਨੂੰ ਇਹ ਸਭ ਕੁਝ ਕਹਿੰਦੀ ਆ। ਫਿਰ ਸੋਚਦੀ ਆ ਕਿ ਇੱਥੇ ਤਾਂ ਕੋਈ ਪਰੇਸ਼ਾਨੀ ਹੀ ਨਹੀਂ, ਸਾਰੇ ਬੱਚੇ ਖੁਸ਼ ਰਹਿੰਦੇ ਸਨ। ਫਿਰ ਮੈਂ ਸੋਚਿਆ ਕਿਉਂ ਨਾ ਅੱਜ ਪਿੰਕੀ ਦੇ ਬਿਸਤਰੇ 'ਤੇ ਜਾ ਕੇ ਮੈਂ ਦੇਖਾਂ ਤੇ ਉੱਥੇ ਸੌਂ ਕੇ ਦੇਖਾਂ ਤਾਂ ਸਭ ਪਤਾ ਚੱਲ ਜਾਵੇਗਾ ਉਹ ਝੂਠ ਬੋਲ ਰਹੀ ਆ ਜਾਂ ਸੱਚ। ਅੱਜ ਰਾਤ ਦਾ ਖਾਣਾ ਖਾਧਾ ਤੇ ਉਸ ਤੋਂ ਬਾਅਦ ਮੈਂ ਪਿੰਕੀ ਦੇ ਕੋਲ ਗਈ। ਉਸ ਨੂੰ ਮੈਂ ਆਪਣੇ ਕਮਰੇ ਵਿੱਚ ਬੈੱਡ 'ਤੇ ਪਾ ਦਿੱਤਾ ਤੇ ਕੁਝ ਹੀ ਦੇਰ ਹੋਈ ਸੀ ਮੈਨੂੰ ਸੁੱਤੀ ਨੂੰ ਤੇ ਮੈਨੂੰ ਅਜਿਹਾ ਲੱਗਿਆ ਕਿ ਕਿਸੇ ਨੇ ਮੇਰੇ ਪੈਰਾਂ ਨੂੰ ਛੂਹਿਆ ਤੇ ਮੈਂ ਆਪਣੀ ਚਾਦਰ ਦੇ ਅੰਦਰ ਪੈਰ ਕਰ ਲਏ। ਫਿਰ ਅਚਾਨਕ ਮੈਨੂੰ ਇੱਕ ਚੁਭਨ ਜਿਹੀ ਮਹਿਸੂਸ ਹੋਈ। ਫਿਰ ਮੈਂ ਚਾਦਰ ਪਾਸੇ ਕਰਕੇ ਦੇਖਿਆ ਤਾਂ ਮੈਨੂੰ ਕੁਝ ਲੋਕ ਦਿਖਾਈ ਦਿੱਤੇ।
ਉਹ ਲੋਕ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸੀ, ਪਰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਨਾ ਸਕੀ। ਉਸ ਤੋਂ ਪਹਿਲਾਂ ਹੀ ਮੈਂ ਬੇਹੋਸ਼ ਹੋ ਗਈ। ਅਗਲੀ ਸਵੇਰ ਜਦੋਂ ਮੈਂ ਉੱਠੀ ਤਾਂ ਮੈਨੂੰ ਆਪਣੀ ਜਗ੍ਹਾ 'ਤੇ ਹੀ ਸੁੱਤੀ ਹੋਈ ਸੀ। ਮੇਰੇ ਸਿਰ ਵਿੱਚ ਹਲਕਾ ਜਿਹਾ ਦਰਦ ਸੀ ਅਤੇ ਅੱਖਾਂ ਲਾਲੋ ਲਾਲ ਹੋਈਆਂ ਪਈਆਂ ਸਨ। ਮੈਨੂੰ ਆਪਣੀ ਸਿਹਤ ਕੁਝ ਖਰਾਬ ਲੱਗ ਰਹੀ ਸੀ। ਮੈਂ ਉੱਠ ਕੇ ਮੂੰਹ ਧੋਤਾ ਅਤੇ ਨਾਸ਼ਤਾ ਕੀਤਾ, ਫਿਰ ਦਵਾਈ ਲੈ ਲਈ ਅਤੇ ਰੋਜ਼ ਦੀ ਤਰ੍ਹਾਂ ਆਪਣੇ ਕੰਮਾਂ ਵਿੱਚ ਲੱਗ ਗਈ, ਕਿਉਂਕਿ ਮੈਨੂੰ ਰਾਤ ਦੇ ਬਾਰੇ ਕੁਝ ਵੀ ਯਾਦ ਨਹੀਂ ਸੀ। ਦੁਪਹਿਰ ਦੇ ਸਮੇਂ ਪਿੰਕੀ ਮੇਰੇ ਕੋਲ ਆਈ ਅਤੇ ਮੈਨੂੰ ਪੁੱਛਣ ਲੱਗੀ ਕਿ ਦੀਦੀ ਤੁਹਾਨੂੰ ਵੀ ਦਰਦ ਹੋਇਆ? ਮੈਂ ਉਸ ਨੂੰ ਕਿਹਾ ਕਿ ਮੈਨੂੰ ਤਾਂ ਕੋਈ ਦਰਦ ਨਹੀਂ ਹੋਇਆ, ਤੂੰ ਸਿਰਫ ਮੈਨੂੰ ਬਹਾਨੇ ਬਣਾ ਰਹੀ ਆਂ। ਅੱਜ ਤਾਂ ਤੈਨੂੰ ਆਪਣੀ ਹੀ ਜਗ੍ਹਾ 'ਤੇ ਸੌਣਾ ਪਵੇਗਾ ਅਤੇ ਅੱਗੋਂ ਮੇਰੇ ਨਾਲ ਅਜਿਹੀ ਗੱਲ ਨਾ ਕਰੀ। ਉਹ ਆਪਣਾ ਛੋਟਾ ਜਿਹਾ ਮੂੰਹ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਸੋਚਣ ਲੱਗੀ ਕਿ ਆਖਰ ਰਾਤ ਮੇਰੇ ਨਾਲ ਕੀ ਹੋਇਆ ਸੀ। ਮੈਨੂੰ ਕੁਝ ਯਾਦ ਕਿਉਂ ਨਹੀਂ ਆ ਰਿਹਾ। ਅਗਲੇ ਦਿਨ ਐਤਵਾਰ ਸੀ। ਮੈਂ ਆਪਣੀ ਮਾਂ ਨੂੰ ਦੇਖਦੇ ਹੀ ਬੜੀ ਖੁਸ਼ ਹੋ ਗਈ। ਮੈਂ ਮਾਂ ਨੂੰ ਅਗਲੇ ਦਿਨ ਫਿਰ ਅਨਾਥ ਆਸ਼ਰਮ ਦੇ ਲਈ ਨਿਕਲ ਗਈ। ਉੱਥੇ ਜਾ ਕੇ ਆਪਣੇ ਕੰਮ ਦੇ ਵਿੱਚ ਲੱਗ ਗਈ ਅਤੇ ਸ਼ਾਮ ਦਾ ਖਾਣਾ ਖਾਣ ਲਈ ਅਸੀਂ ਜਾ ਰਹੇ ਸੀ ਤਾਂ ਮੈਂ ਵੀਨਾ ਤੋਂ ਪਿੰਕੀ ਬਾਰੇ ਪੁੱਛਿਆ। ਵੀਨਾ ਨੇ ਮੈਨੂੰ ਦੱਸਿਆ ਕਿ ਤੈਨੂੰ ਨਹੀਂ ਪਤਾ, ਪਿੰਕੀ ਨੂੰ ਤਾਂ ਕਿਸੇ ਆਦਮੀ ਨੇ ਅਡੋਪਟ ਕਰ ਲਿਆ ਅਤੇ ਉਹ ਕੱਲ੍ਹ ਹੀ ਉਸ ਨੂੰ ਲੈ ਕੇ ਚਲੇ ਗਏ। ਮੈਂ ਇਹ ਗੱਲ ਸੁਣ ਕੇ ਉਦਾਸ ਹੋ ਗਈ, ਕਿਉਂਕਿ ਮੈਂ ਪਿੰਕੀ ਦੇ ਬਹੁਤ ਕਰੀਬ ਹੋ ਗਈ ਸੀ, ਪਰ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਪਿੰਕੀ ਨੂੰ ਉਸ ਦੇ ਮਾਤਾ ਪਿਤਾ ਮਿਲ ਗਏ ਹਨ। ਹੁਣ ਉਹ ਬਹੁਤ ਚੰਗਾ ਜੀਵਨ ਬਤੀਤ ਕਰੇਗੀ ਅਤੇ ਪੜ੍ਹ ਲਿਖ ਕੇ ਆਪਣੇ ਜੀਵਨ ਵਿੱਚ ਕੁਝ ਬਣ ਜਾਵੇਗੀ। ਮੈਨੂੰ ਪਿੰਕੀ ਦੀ ਬੜੀ ਯਾਦ ਆਉਂਦੀ, ਪਰ ਮੈਂ ਆਪਣੇ ਆਪ ਨੂੰ ਦੂਜੇ ਬੱਚਿਆਂ ਦੇ ਨਾਲ ਬਿਜੀ ਕਰ ਲੈਂਦੀ। ਪਰ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਸੀ ਕਿ ਇੱਥੇ ਬਹੁਤ ਹੀ ਬੱਚੇ ਆਉਂਦੇ ਅਤੇ ਬਹੁਤ ਹੀ ਬੱਚਿਆਂ ਨੂੰ ਅਡੋਪਟ ਕਰ ਲਿਆ ਜਾਂਦਾ ਸੀ, ਵਰਨਾ ਲੋਕ ਅਨਾਥ ਆਸ਼ਰਮ ਤੋਂ ਗੋਦ ਲੈਣਾ ਚੰਗਾ ਨਹੀਂ ਸੀ ਸਮਝਦੇ। ਜੇ ਕੋਈ ਗੋਦ ਲੈ ਕੇ ਵੀ ਜਾਂਦਾ ਤਾਂ ਉਹ ਆਪਣਾ ਨੌਕਰ ਬਣਾ ਕੇ ਰੱਖਦਾ। ਪਰ ਇੱਥੇ ਤਾਂ ਹਰ ਰੋਜ਼ ਬਹੁਤ ਬੱਚੇ ਅਡੋਪਟ ਹੁੰਦੇ ਸਨ। ਹਰ ਆਦਮੀ ਉਹ ਬੱਚਿਆਂ ਨੂੰ ਆਪਣੇ ਸੰਤਾਨ ਬਣਾ ਕੇ ਹੀ ਨਾਲ ਇੱਥੋਂ ਲੈ ਕੇ ਜਾਂਦਾ ਸੀ। ਮੈਨੂੰ ਇਹ ਗੱਲ ਬਹੁਤ ਪਰੇਸ਼ਾਨ ਕਰ ਰਹੀ ਸੀ। ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਮਸਲਾ ਕੀ ਹੈ, ਪਰ ਇੱਥੇ ਕਿਸੇ ਤੋਂ ਕੁਝ ਵੀ ਪੁੱਛ ਨਹੀਂ ਸੀ ਸਕਦੀ। ਜੇ ਮੈਂ ਜ਼ਿਆਦਾ ਛਾਣਬੀਨ ਕਰਦੀ ਤਾਂ ਮੇਰੀ ਨੌਕਰੀ ਖਤਰੇ ਵਿੱਚ ਆ ਜਾਣੀ ਸੀ। ਮੈਨੂੰ ਉਸ ਨੌਕਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਇੱਕ ਦਿਨ ਮੈਂ ਵੀ ਵੀਨਾ ਤੋਂ ਪੁੱਛ ਹੀ ਲਿਆ ਕਿ ਇੱਥੇ ਇੰਨੇ ਸਾਰੇ ਅਡੋਪਸ਼ਨ ਕਿਵੇਂ ਹੋ ਜਾਂਦੇ ਹਨ, ਨਹੀਂ ਤਾਂ ਲੋਕ ਅਨਾਥ ਬੱਚੇ ਨੂੰ ਗੋਦ ਨਹੀਂ ਲੈਣਾ ਚਾਹੁੰਦੇ। ਵੀਨਾ ਨੇ ਕਿਹਾ ਕਿ ਲੋਕ ਅਨਾਥ ਬੱਚੇ ਨੂੰ ਗੋਦ ਨਹੀਂ ਲੈਣਾ ਚਾਹੁੰਦੇ। ਮੈਡਮ ਬਹੁਤ ਚੰਗੀ ਹੈ, ਉਹ ਜ਼ਿਆਦਾ ਲੋਕਾਂ ਨੂੰ ਜਾਣਦੀ ਹੈ, ਜਿਸ ਦੀ ਵਜ੍ਹਾ ਨਾਲ ਜ਼ਿਆਦਾ ਅਡੋਪਸ਼ਨ ਹੁੰਦੀ ਹੈ। ਵੈਸੇ ਵੀ ਦੁਨੀਆ ਵਿੱਚ ਬੁਰੇ ਲੋਕਾਂ ਦੇ ਨਾਲ ਨਾਲ ਚੰਗੇ ਲੋਕ ਵੀ ਹੁੰਦੇ ਹਨ। ਹੋ ਸਕਦਾ ਪਰਮਾਤਮਾ ਉਹਨਾਂ ਦੇ ਦਿਲ ਵਿੱਚ ਅਨਾਥ ਬੱਚਿਆਂ ਦੇ ਲਈ ਦਇਆ ਭਰ ਦਿੰਦਾ ਹੋਵੇ। ਮੈਂ ਉਸ ਦੀ ਗੱਲ ਸੁਣ ਕੇ ਚੁੱਪ ਹੋ ਗਈ। ਕਾਫੀ ਸਮਾਂ ਹੋ ਗਿਆ। ਇੱਥੇ ਹਰ ਰੋਜ਼ ਬੱਚੇ ਆਉਂਦੇ ਜਾਂਦੇ ਰਹਿੰਦੇ ਸਨ। ਇੱਕ ਦਿਨ ਇੱਕ ਬੱਚੀ ਮੇਰੇ ਕੋਲ ਆਈ ਜੋ ਲਗਭਗ 12 ਸਾਲਾਂ ਦੀ ਹੋਵੇਗੀ। ਮੇਰੇ ਕੋਲ ਆ ਕੇ ਕਹਿਣ ਲੱਗੀ ਕਿ ਦੀਦੀ ਮੈਂ ਬਿਸਤਰੇ 'ਤੇ ਨਹੀਂ ਸੌਣਾ, ਮੈਨੂੰ ਦਰਦ ਹੁੰਦਾ ਹੈ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ, ਕਿਉਂਕਿ ਇਹ ਗੱਲ ਤਾਂ ਪਿੰਕੀ ਨੇ ਵੀ ਮੈਨੂੰ ਕਹੀ ਸੀ, ਪਿੰਕੀ ਵੀ ਕਰਦੀ ਸੀ। ਮੈਂ ਉਸ ਨੂੰ ਕਿਹਾ ਕਿ ਬੇਟਾ ਕਿਹੋ ਜਿਹਾ ਦਰਦ ਹੁੰਦਾ ਹੈ? ਤੈਨੂੰ ਕੋਈ ਹੋਰ ਬੱਚਾ ਪਰੇਸ਼ਾਨ ਕਰਦਾ ਜਾਂ ਤੈਨੂੰ ਬਿਸਤਰਾ ਚੁੱਭਦਾ? ਉਹ ਬੱਚੀ ਰੋਣ ਲੱਗੀ ਅਤੇ ਰੋਂਦੇ ਹੋਏ ਮੈਨੂੰ ਦੱਸਣ ਲੱਗੀ ਕਿ ਨਹੀਂ ਦੀਦੀ, ਮੈਨੂੰ ਲੱਗਦਾ ਹੈ ਮੇਰੇ ਕੋਈ ਇੰਜੈਕਸ਼ਨ ਲਾਉਂਦਾ। ਉਸ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਲੱਗਦਾ। ਜਦੋਂ ਸਵੇਰ ਹੁੰਦੀ ਹੈ ਤਾਂ ਪੂਰਾ ਸਰੀਰ ਦਰਦ ਕਰਦਾ। ਮੇਰੇ ਦਿਮਾਗ ਵਿੱਚ ਅਜਿਹੀ ਗੱਲ ਆਈ ਜੋ ਮੈਂ ਸੋਚ ਵੀ ਨਹੀਂ ਸੀ ਸਕਦੀ। ਮੈਂ ਖੁਦ ਹੀ ਉਸ ਨੂੰ ਸਵਾਲ ਕਰਕੇ ਖੁਦ ਹੀ ਜਵਾਬ ਦੇ ਦਿੱਤਾ ਕਿ ਨਹੀਂ, ਅਜਿਹਾ ਨਹੀਂ ਹੋ ਸਕਦਾ। ਅਜਿਹਾ ਕੌਣ ਕਰ ਸਕਦਾ ਹੈ? ਇੱਥੇ ਤਾਂ ਸਭ ਬੱਚਿਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਂਦਾ। ਫਿਰ ਅਜਿਹੀ ਦਰਿੰਦਗੀ ਕੌਣ ਕਰ ਸਕਦਾ ਹੈ? ਮੈਂ ਉਸ ਬੱਚੀ ਨੂੰ ਆਪਣੇ ਕਮਰੇ ਵਿੱਚ ਲੈ ਗਈ।
ਮੈਂ ਹੁਣ ਸੋਚ ਲਿਆ ਸੀ ਕਿ ਇਹ ਜੋ ਕੁਝ ਵੀ ਉਸ ਦੇ ਨਾਲ ਹੋਇਆ, ਮੈਂ ਉਸ ਦਾ ਪਤਾ ਲਗਾ ਕੇ ਹੀ ਰਹਾਂਗੀ। ਜਦੋਂ ਰਾਤ ਹੋਈ ਤਾਂ ਮੈਂ ਬੱਚਿਆਂ ਦੇ ਕਮਰੇ ਵਿੱਚ ਜਾ ਕੇ ਉਸ ਲੜਕੀ ਤੋਂ ਥੋੜ੍ਹੀ ਦੂਰ ਪੈ ਗਈ। ਮੈਂ ਇਹ ਗੱਲ ਕਿਸੇ ਨੂੰ ਨਾ ਦੱਸੀ। ਮੈਂ ਆਪਣੇ ਉੱਤੇ ਚਾਦਰ ਲੈ ਲਈ। ਮੈਨੂੰ ਨੀਂਦ ਨਹੀਂ ਸੀ ਆ ਰਹੀ। ਅੱਧੀ ਰਾਤ ਹੋਈ। ਰਾਤ ਦੇ 2 ਵਜੇ ਦਾ ਸਮਾਂ ਸੀ ਤਾਂ ਕਿਸੇ ਨੇ ਦਰਵਾਜ਼ਾ ਖੋਲ੍ਹਣ ਦੀ ਆਵਾਜ਼ ਆਈ। ਜਦੋਂ ਮੈਂ ਚਾਦਰ ਵਿੱਚ ਹੌਲੀ ਦਿਨੇ ਦੇਖਿਆ ਤਾਂ 2 ਆਦਮੀ ਉਸ ਬੱਚੀ ਵੱਲ ਜਾ ਰਹੇ ਸੀ। ਉਹ ਦੋਨੋਂ ਆਦਮੀ ਉਸ ਬੱਚੀ ਦੇ ਕੋਲ ਗਏ ਤੇ ਉਸ ਦਾ ਮੂੰਹ ਬੰਦ ਕਰ ਦਿੱਤਾ, ਉਸ ਨੂੰ ਇੰਜੈਕਸ਼ਨ ਲਾ ਦਿੱਤਾ ਤੇ ਫਿਰ ਉਸ ਨੂੰ ਗੋਦੀ ਵਿੱਚ ਚੁੱਕ ਕੇ ਕਮਰੇ ਤੋਂ ਬਾਹਰ ਲੈ ਗਏ। ਇਹ ਦੇਖ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਮੈਂ ਜਲਦੀ ਨਾਲ ਆਪਣੀ ਜਗ੍ਹਾ ਤੋਂ ਉੱਠੀ ਤੇ ਉਹਨਾਂ ਦੋਨਾਂ ਆਦਮੀਆਂ ਦਾ ਪਿੱਛਾ ਕਰਨ ਲੱਗੀ। ਇਹ ਦੋਨੋਂ ਆਦਮੀ ਉਹੀ ਸਨ ਜੋ ਇੱਥੇ ਅਨਾਥ ਬੱਚਿਆਂ ਨੂੰ ਲੈ ਕੇ ਆਉਂਦੇ ਸੀ। ਮੈਂ ਉਹਨਾਂ ਦਾ ਪਿੱਛਾ ਕਰਨਾ ਸਹੀ ਨਾ ਸਮਝਿਆ ਤਾਂ ਮੈਂ ਉਹਨਾਂ ਦੇ ਪਿੱਛੇ ਬਾਹਰ ਚਲੀ ਗਈ ਤਾਂ ਮੈਨੂੰ ਦੇਖ ਕੇ ਬੜੀ ਹੈਰਾਨੀ ਹੋਈ ਕਿ ਉਹ ਵਾਚਮੈਨ ਨਾਲ ਗੱਲ ਕਰ ਰਹੇ ਸੀ ਤੇ ਵਾਚਮੈਨ ਉਹਨਾਂ ਨੂੰ ਬਾਹਰ ਜਾਣ ਲਈ ਗੇਟ ਵੀ ਖੋਲ੍ਹ ਦਿੱਤਾ ਤੇ ਮੈਂ ਸਮਝ ਗਈ ਕਿ ਇਹ ਵਾਚਮੈਨ ਅਤੇ ਮੈਡਮ ਨਾਲ ਮਿਲੀ ਹੋਈ ਹੈ। ਉਹਨਾਂ ਦੇ ਬਾਹਰ ਨਿਕਲਦੇ ਹੀ ਵਾਚਮੈਨ ਨੇ ਗੇਟ ਬੰਦ ਕਰ ਦਿੱਤਾ ਅਤੇ ਮੈਂ ਦੂਜੇ ਗੇਟ ਦੇ ਵਿੱਚ ਦੀ ਬਾਹਰ ਗਈ ਤਾਂ ਸਾਹਮਣੇ ਮੈਨੂੰ ਉਹੀ ਦਿਨ ਵਾਲੇ ਆਦਮੀ ਦਿਖਾਈ ਦਿੱਤੇ। ਮੈਂ ਉਹਨਾਂ ਦੇ ਪਿੱਛੇ ਜਾਣ ਲੱਗੀ। ਅਨਾਥ ਆਸ਼ਰਮ ਤੋਂ ਥੋੜ੍ਹਾ ਅਗਾਂਹ ਜਾ ਕੇ ਇੱਕ ਘਰ ਸੀ ਜਿੱਥੇ ਕੋਈ ਨਹੀਂ ਸੀ ਰਹਿੰਦਾ। ਉਹ ਲੋਕ ਉੱਥੇ ਚਲੇ ਗਏ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਮੈਂ ਘਰ ਦੇ ਚਾਰੇ ਪਾਸਿਓਂ ਦੇਖਿਆ ਤਾਂ ਕਿ ਸ਼ਾਇਦ ਕੋਈ ਅੰਦਰ ਜਾਣ ਦਾ ਦਰਵਾਜ਼ਾ ਮਿਲ ਜਾਵੇ। ਅੰਦਰ ਜਾਣ ਦੇ ਲਈ ਮੈਨੂੰ ਇੱਕ ਦਰਵਾਜ਼ਾ ਦਿਖਿਆ ਜੋ ਸ਼ਾਇਦ ਕੋਈ ਅੰਦਰ ਜਾਣ ਦਾ ਦਰਵਾਜ਼ਾ ਮਿਲ ਜਾਵੇ ਤਾਂ ਜਾਣ ਦੇ ਲਈ ਮੈਨੂੰ ਇੱਕ ਦਰਵਾਜ਼ਾ ਦਿਖਿਆ ਜੋ ਇੱਕ ਟੁੱਟਿਆ ਹੋਇਆ ਸੀ। ਮੈਂ ਉੱਥੋਂ ਦੀ ਅੰਦਰ ਚਲੀ ਗਈ। ਪੂਰੇ ਘਰ ਵਿੱਚ ਹਨੇਰਾ ਸੀ। ਅੰਦਰ ਜਾ ਕੇ ਦੇਖਿਆ ਇੱਕ ਕਮਰੇ ਵਿੱਚ ਲਾਈਟ ਚੱਲ ਰਹੀ ਸੀ। ਉਸ ਦਾ ਦਰਵਾਜ਼ਾ ਵੀ ਅੰਦਰੋਂ ਬੰਦ ਸੀ। ਮੈਂ ਖਿੜਕੀ ਵਿੱਚ ਦੀ ਝਾਕ ਕੇ ਦੇਖਿਆ ਤਾਂ ਮੇਰੇ ਤਾਂ ਹੋਸ਼ ਉੱਡ ਗਏ। ਉੱਥੇ 2 ਆਦਮੀ ਸੀ, ਇੱਕ ਖੜਾ ਸੀ ਤੇ ਦੂਜਾ ਬੱਚੀ ਦੇ ਨਾਲ ਗਲਤ ਕੰਮ ਕਰ ਰਿਹਾ ਸੀ। ਇਹ ਦੇਖਦੇ ਹੀ ਮੇਰੀ ਤਾਂ ਚੀਕ ਨਿਕਲ ਗਈ। ਮੈਂ ਬਿਨਾਂ ਕੁਝ ਸੋਚੇ ਸਮਝੇ ਖਿੜਕੀ ਵਿੱਚੋਂ ਆਵਾਜ਼ ਲਗਾ ਦਿੱਤੀ ਕਿ ਛੱਡ ਦਿਓ ਬੱਚੀ ਨੂੰ, ਮੈਂ ਪੁਲਿਸ ਨੂੰ ਬੁਲਾ ਲਵਾਂਗੀ। ਉਹਨਾਂ ਨੇ ਮੈਨੂੰ ਦੇਖਿਆ ਤੇ ਕਹਿਣ ਲੱਗੇ, ਤੂੰ ਇੱਥੇ ਕਿਵੇਂ ਆਈ? ਉਹਨਾਂ ਵਿੱਚੋਂ ਇੱਕ ਆਦਮੀ ਮੇਰੇ ਕੋਲ ਆਇਆ ਤੇ ਮੇਰੇ ਸਿਰ 'ਤੇ ਜ਼ੋਰ ਨਾਲ ਕੁਝ ਮਾਰਿਆ, ਜਿਸ ਦੇ ਨਾਲ ਮੈਂ ਬੇਹੋਸ਼ ਹੋ ਗਈ। ਮੇਰਾ ਸਿਰ ਘੁੰਮ ਰਿਹਾ ਸੀ ਤੇ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ। ਮੈਂ ਹਿੰਮਤ ਕਰਕੇ ਉੱਥੋਂ ਉੱਠਣ ਦੀ ਕੋਸ਼ਿਸ਼ ਕੀਤੀ। ਜਦੋਂ ਉੱਠ ਕੇ ਦੇਖਿਆ ਤਾਂ ਮੈਂ ਇੱਕ ਹਨੇਰੇ ਕਮਰੇ ਵਿੱਚ ਬੰਦ ਸੀ। ਮੈਨੂੰ ਬੇਹੋਸ਼ ਹੋਣ ਤੋਂ ਬਾਅਦ ਪਹਿਲਾਂ ਤਾਂ ਸਭ ਕੁਝ ਯਾਦ ਆ ਗਿਆ। ਮੈਂ ਉਸ ਬੱਚੀ ਦੇ ਬਾਰੇ ਸੋਚਣ ਲੱਗ ਗਈ, ਪਰ ਪਤਾ ਨਹੀਂ ਉਸ ਜ਼ਾਲਮਾਂ ਨੇ ਉਸ ਬੱਚੀ ਨਾਲ ਕੀ ਕੀਤਾ ਹੋਵੇਗਾ। ਮੇਰੇ ਹੱਥ ਪੈਰ ਬੰਨ੍ਹੇ ਹੋਏ ਸਨ। ਮੈਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਮੇਰੀ ਕੋਸ਼ਿਸ਼ ਬੇਕਾਰ ਰਹੀ। ਥੋੜ੍ਹੀ ਦੇਰ ਬਾਅਦ ਇੱਕ ਆਦਮੀ ਅੰਦਰ ਆਇਆ ਤੇ ਮੇਰੇ ਲਈ ਖਾਣਾ ਲੈ ਕੇ ਮੈਂ ਉਸ ਨੂੰ ਕਿਹਾ ਕਿ ਮੈਨੂੰ ਛੱਡ ਦੇ, ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ। ਉਹ ਹੱਸ ਕੇ ਕਹਿਣ ਲੱਗਾ, ਪਹਿਲਾਂ ਤਾਂ ਕਈ ਬੜੀ ਉਛਲ ਰਹੀ ਸੀ, ਕੀ ਹੋਇਆ? ਨਿਕਲ ਗਈ ਤੇਰੀ ਸਾਰੀ ਆਕੜ? ਪਹਿਲਾਂ ਤਾਂ ਬੜਾ ਬੋਲ ਰਹੀ ਸੀ। ਮੈਂ ਉਸ ਦੀ ਗੱਲ ਸੁਣ ਕੇ ਰੋਣ ਲੱਗੀ। ਇਸ ਸਮੇਂ ਮੈਂ ਕੁਝ ਨਹੀਂ ਸੀ ਕਰ ਸਕਦੀ ਕਿਉਂਕਿ ਮੇਰੇ ਹੱਥ ਪੈਰ ਬੰਨ੍ਹੇ ਹੋਏ ਸਨ ਤੇ ਉਹ ਬੜੇ ਖਤਰਨਾਕ ਲੋਕ ਸੀ, ਮੇਰੇ ਨਾਲ ਕੁਝ ਵੀ ਕਰ ਸਕਦੇ ਸੀ। ਉਸ ਆਦਮੀ ਨੇ ਮੈਨੂੰ ਕਿਹਾ ਕਿ ਆ ਲੈ, ਖਾਣਾ ਖਾ ਲੈ, ਰੋਣ ਦੇ ਲਈ ਤਾਕਤ ਵੀ ਚਾਹੀਦੀ ਆ। ਫਿਰ ਉਸ ਨੇ ਮੇਰੇ ਹੱਥ ਖੋਲ੍ਹੇ ਤੇ ਖਾਣੇ ਦੀ ਥਾਲੀ ਮੇਰੇ ਕੋਲ ਕਰ ਦਿੱਤੀ। ਉਹ ਚਲਾ ਗਿਆ। ਮੈਂ ਉਹਨਾਂ ਦੇ ਖਾਣੇ ਨੂੰ ਹੱਥ ਵੀ ਨਾ ਲਾਇਆ। ਮੈਂ ਡਰਦੀ ਸੀ ਕਿ ਹੋ ਸਕਦਾ ਹੈ ਇਸ ਖਾਣੇ ਵਿੱਚ ਜ਼ਹਿਰ ਮਿਲਾਇਆ ਹੋਵੇ, ਕਿਉਂਕਿ ਹੁਣ ਮੈਂ ਉਹਨਾਂ ਦੀ ਸਾਰੀ ਹਕੀਕਤ ਜਾਣ ਚੁੱਕੀ ਸੀ। ਉਹ ਲੋਕ ਮੇਰੇ ਨਾਲ ਕੁਝ ਵੀ ਕਰ ਸਕਦੇ ਸੀ। ਅਚਾਨਕ ਮੈਨੂੰ ਪਿੰਕੀ ਦੀ ਯਾਦ ਆ ਗਈ। ਹੁਣ ਮੈਨੂੰ ਉਸ ਦੇ ਦਰਦ ਦਾ ਅਹਿਸਾਸ ਹੋ ਰਿਹਾ ਸੀ। ਮੈਂ ਸਮਝ ਗਈ ਸੀ ਕਿ ਉਹ ਮੈਨੂੰ ਕਿਉਂ ਕਹਿੰਦੀ ਸੀ ਕਿ ਰਾਤ ਨੂੰ ਮੈਨੂੰ ਦਰਦ ਹੁੰਦਾ ਹੈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਮੈਡਮ ਇਹਨਾਂ ਲੋਕਾਂ ਦੇ ਨਾਲ ਮਿਲੀ ਹੋਈ ਹੈ। ਉਹ ਮੈਨੂੰ ਹੁਣ
ਸੀ ਕਿਵੇਂ ਨਾ ਕਿਵੇਂ ਕਰਕੇ ਇਹ ਮੈਨੂੰ ਇੱਥੋਂ ਨਿਕਲਣਾ ਪਵੇਗਾ, ਨਹੀਂ ਇਹ ਮੈਨੂੰ ਮਾਰ ਦੇਣਗੇ। ਮੈਂ ਕਮਰੇ ਦੇ ਆਸੇ-ਪਾਸੇ ਦੇਖਿਆ। ਕਮਰਾ ਚਾਰੇ ਪਾਸੇ ਬੰਦ ਸੀ। ਮੈਨੂੰ ਇੱਕ ਛੋਟਾ ਜਿਹਾ ਰੋਸ਼ਨਦਾਨ ਦਿਖ ਗਿਆ। ਉਹ ਥੋੜ੍ਹਾ ਉੱਚਾ ਸੀ, ਪਰ ਮੈਂ ਕੋਸ਼ਿਸ਼ ਕਰਕੇ ਉਸ ਦੇ ਉੱਪਰ ਚੜ੍ਹ ਗਈ। ਉਸ ਦਾ ਸ਼ੀਸ਼ਾ ਤੋੜ ਕੇ ਬਾਹਰ ਆ ਗਏ। ਮੈਨੂੰ ਕਾਫੀ ਜ਼ਿਆਦਾ ਸੱਟਾਂ ਲੱਗ ਗਈਆਂ ਕਿਉਂਕਿ ਉਹ ਥੋੜ੍ਹਾ ਛੋਟਾ ਸੀ। ਮੈਂ ਲੁਕਦੀ ਲੁਕਾਉਂਦੀ ਉਸ ਦਰਵਾਜ਼ੇ ਵਿੱਚ ਦੀ ਗਈ ਸੀ। ਉਸੇ ਰਾਹੀਂ ਬਾਹਰ ਆ ਗਈ। ਮੈਂ ਆਸ਼ਰਮ ਜਾਣ ਦੀ ਬਜਾਏ ਪੁਲਿਸ ਸਟੇਸ਼ਨ ਚਲੀ ਗਈ ਕਿਉਂਕਿ ਮੈਂ ਉਹਨਾਂ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਸੀ। ਮੈਂ ਉਹਨਾਂ ਨੂੰ ਇਕੱਲੇ ਨਹੀਂ ਛੱਡ ਸਕਦੀ ਸੀ ਕਿਉਂਕਿ ਉੱਥੇ ਬੱਚਿਆਂ ਨਾਲ ਬਹੁਤ ਗਲਤ ਹੋ ਰਿਹਾ ਸੀ। ਪੁਲਿਸ ਸਟੇਸ਼ਨ ਕਾਫੀ ਦੂਰ ਸੀ। ਪੈਦਲ ਚੱਲ ਕੇ ਮੈਂ ਪੁਲਿਸ ਸਟੇਸ਼ਨ ਪਹੁੰਚੀ। ਉੱਥੇ ਮੈਨੂੰ ਅੱਧਾ ਘੰਟਾ ਇੰਤਜ਼ਾਰ ਕਰਨਾ ਪਿਆ। ਮੈਂ ਇੰਸਪੈਕਟਰ ਨੂੰ ਸਾਰੀ ਗੱਲ ਦੱਸੀ। ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਕੋਲ ਕੋਈ ਸਬੂਤ ਹੈ? ਮੈਂ ਕਿਹਾ ਨਹੀਂ, ਇਸ ਦਾ ਮੇਰੇ ਕੋਲ ਕੋਈ ਸਬੂਤ ਨਹੀਂ। ਉਹਨਾਂ ਨੇ ਫਿਰ ਕਿਹਾ ਫਿਰ ਅਸੀਂ ਇਹਦੇ ਨਾਲ ਕਿਵੇਂ ਗੱਲ ਤੇਰੀ ਮੰਨ ਲਈਏ ਕਿ ਤੂੰ ਝੂਠ ਵੀ ਬੋਲ ਸਕਦੀ ਆ। ਸਾਨੂੰ ਲੱਗਦਾ ਉਹਨਾਂ ਨੂੰ ਫਸਾਉਣਾ ਚਾਹੁੰਦੀ ਹੈ, ਇਸ ਲਈ ਤੂੰ ਝੂਠ ਬੋਲ ਰਹੀ ਆ। ਬੱਚਿਆਂ ਨੂੰ ਬਚਾਉਣ ਦੇ ਲਈ ਤੁਹਾਡੇ ਕੋਲ ਆਈ ਹਾਂ। ਮੈਂ ਉਹਨਾਂ ਨੂੰ ਕਿਹਾ ਉਹਨਾਂ ਖਿਲਾਫ ਗਵਾਹੀ ਦੇਣ ਲਈ ਮੈਂ ਤਿਆਰ ਹਾਂ। ਇੰਸਪੈਕਟਰ ਨੇ ਕੁਝ ਦੇਰ ਸੋਚਿਆ ਤੇ ਫਿਰ ਮੇਰੀ FIR ਲਿਖ ਲਈ ਤੇ ਕਿਹਾ ਕਿ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਤੁਸੀਂ ਆਪਣਾ ਧਿਆਨ ਰੱਖਿਓ। ਮੈਂ ਆਪਣੇ ਘਰ ਗਈ ਤੇ ਉੱਥੋਂ ਆਪਣੀ ਮਾਂ ਦਾ ਸਮਾਨ ਅਤੇ ਆਪਣਾ ਸਮਾਨ ਚੁੱਕਿਆ ਦੂਰ ਨਿਕਲ ਗਈਆਂ ਕਿਉਂਕਿ ਉਹ ਸਾਡੇ ਘਰ ਵੀ ਆ ਸਕਦੇ ਸਨ। ਮੇਰੀ ਮਾਂ ਮੇਰੇ ਨਾਲ ਜਾਣ ਨੂੰ ਤਿਆਰ ਨਹੀਂ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਸਭ ਕੁਝ ਦੱਸ ਦਿੰਦੀ ਹਾਂ। ਮੈਂ ਮਾਂ ਨੂੰ ਦੱਸਿਆ ਤਾਂ ਮਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਤੇ ਕਿਹਾ ਤੂੰ ਉਹਨਾਂ ਜ਼ਾਲਮਾਂ ਨੂੰ ਸਜ਼ਾ ਦਿਵਾ ਕੇ ਹੀ ਰਹੀਂ। ਕੁਝ ਦਿਨਾਂ ਬਾਅਦ ਪੁਲਿਸ ਭੇਸ ਬਦਲ ਕੇ ਉਸ ਮੈਡਮ ਦੇ ਕੋਲ ਪਹੁੰਚ ਗਈ। ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਬੱਚੀ ਚਾਹੀਦੀ ਹੈ। ਉਹ ਬੱਚੀ ਨੂੰ ਅਸੀਂ ਵਿਦੇਸ਼ ਜਾ ਕੇ ਵੇਚ ਦੇਵਾਂਗੇ। ਤੈਨੂੰ ਮੂੰਹ ਮੰਗੀ ਰਕਮ ਦੇਣ ਨੂੰ ਤਿਆਰ ਹਾਂ। ਮੈਡਮ ਨੇ ਵੀ ਬੱਚੀ ਦੇਣ ਦੇ ਲਈ ਹਾਮੀ ਭਰ ਦਿੱਤੀ ਤੇ ਗੱਲ ਕਰਦੇ ਕਰਦੇ ਮੈਡਮ ਨੇ ਕਿਹਾ ਕਿ ਜੇ ਤੁਹਾਨੂੰ ਹੋਰ ਬੱਚੇ ਵੀ ਚਾਹੀਦੇ ਹਨ ਤਾਂ ਮਿਲ ਸਕਦੇ ਹਨ। ਇੱਥੇ ਅਸੀਂ ਬੱਚਿਆਂ ਦੇ ਹਰ ਤਰੀਕੇ ਦਾ ਕੰਮ ਲੈਂਦੇ ਹਾਂ। ਪੁਲਿਸ ਵਾਲਿਆਂ ਨੇ ਸਾਰਾ ਰਿਕਾਰਡ ਕਰ ਲਿਆ ਸੀ ਤੇ ਉੱਥੇ ਵਾਪਸ ਆ ਅਗਲੇ ਦਿਨ ਉਹਨਾਂ ਨੇ ਛਾਪਾ ਮਾਰ ਕੇ ਮੈਡਮ ਅਤੇ 2 ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ। ਉੱਥੇ ਜੋ ਦੂਜੀਆਂ ਲੜਕੀਆਂ ਕੰਮ ਕਰਦੀਆਂ ਸਨ ਉਹਨਾਂ ਨੂੰ ਵੀ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਮੈਡਮ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਉੱਥੋਂ ਉਸ ਦੇ ਖਿਲਾਫ ਬਹੁਤ ਸਾਰੇ ਸਬੂਤ ਮਿਲ ਗਏ। ਪੁਲਿਸ ਵਾਲਿਆਂ ਨੇ ਉਸ ਮੈਡਮ ਦੇ ਦਫ਼ਤਰ ਵਿੱਚੋਂ ਡਰੱਗ ਵੀ ਮਿਲੇ, ਜਿਸ ਤੋਂ ਪਤਾ ਲੱਗ ਗਿਆ ਕਿ ਉਹ ਡਰੱਗ ਦਾ ਕਾਰੋਬਾਰ ਵੀ ਕਰਦੀ ਸੀ। ਉਹ ਮੈਡਮ ਨੂੰ ਕੋਰਟ ਵਿੱਚ ਪੇਸ਼ ਕੀਤਾ। ਉਸ ਮੈਡਮ ਨੂੰ ਉਦੋਂ ਪਤਾ ਚੱਲਿਆ ਕਿ ਉਹ ਬੱਚਿਆਂ ਦੀਆਂ ਬਲੂ ਫਿਲਮਾਂ ਵੀ ਬਣਾਉਂਦੀ ਸੀ, ਜਿਨ੍ਹਾਂ ਨੂੰ ਉਹ ਬਾਹਰ ਵਿਦੇਸ਼ਾਂ ਵਿੱਚ ਵੇਚ ਦਿੰਦੀ ਸੀ। ਇਹਨਾਂ ਤੋਂ ਉਹ ਕਰੋੜਾਂ ਰੁਪਏ ਕਮਾ ਲੈਂਦੀ ਸੀ। ਜੋ ਆਸ਼ਰਮਾਂ ਵਿੱਚ ਬੱਚੇ ਅਡਾਪਟ ਕਰਨ ਆਉਂਦੇ ਹਨ, ਉਹ ਅਡਾਪਟ ਨਹੀਂ ਬਲਕਿ ਉਹਨਾਂ ਨੂੰ ਵੇਚਣ ਦੇ ਲਈ ਲੈ ਕੇ ਜਾਂਦੇ ਸਨ। ਮੈਂ ਉਹਨਾਂ ਦੇ ਖਿਲਾਫ ਗਵਾਹੀ ਦੇ ਦਿੱਤੀ ਤੇ ਉਹਨਾਂ ਨੂੰ ਸਜ਼ਾ ਹੋ ਗਈ। ਅਦਾਲਤ ਨੇ ਉਸ ਅਨਾਥ ਆਸ਼ਰਮ ਦੀ ਜ਼ਿੰਮੇਵਾਰੀ ਮੈਨੂੰ ਦੇ ਦਿੱਤੀ ਤੇ ਮੈਂ ਉਹਨਾਂ ਬੱਚਿਆਂ ਦਾ ਬੜੇ ਹੀ ਚੰਗੇ ਤਰੀਕੇ ਨਾਲ ਖਿਆਲ ਰੱਖਦੀ ਹਾਂ ਕਿਉਂਕਿ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ। ਯਕੀਨ ਨਹੀਂ ਹੁੰਦਾ ਕਿ ਪੈਸੇ ਦੀ ਖਾਤਰ ਇੰਨਾ ਡਿੱਗ ਜਾਂਦੇ ਹਨ। ਮੈਂ ਸੋਚ ਵੀ ਨਹੀਂ ਸਕਦੀ ਕਿ ਹੁਣ ਆਸ਼ਰਮ ਵਿੱਚ ਬੱਚੇ ਬੜੇ ਖੁਸ਼ ਰਹਿੰਦੇ ਸਨ। ਜੋ ਵੀ ਬੱਚਾ ਅਡਾਪਟ ਕਰਨ ਆਉਂਦਾ ਉਸ ਦੀ ਪੂਰੀ ਇਨਫੋਰਮੇਸ਼ਨ ਲਈ ਜਾਂਦੀ ਸੀ। ਕਦੇ ਕਦੇ ਇਹ ਸਭ ਸੋਚ ਕੇ ਮੈਨੂੰ ਪਿੰਕੀ ਦੀ ਬੜੀ ਯਾਦ ਆਉਂਦੀ ਕਿ ਜੇ ਮੈਂ ਪਿੰਕੀ ਦੀ ਗੱਲ ਸੁਣ ਲੈਂਦੀ ਤਾਂ ਇਹਨਾਂ ਜ਼ਾਲਮਾਂ ਨੂੰ ਮੈਂ ਕਦੋਂ ਦਾ ਫੜਾ ਦਿੰਦੀ ਤੇ ਪਿੰਕੀ ਵੀ ਸਾਡੇ ਨਾਲ ਹੁੰਦੀ। ਹੁਣ ਪਤਾ ਨਹੀਂ ਵਿਚਾਰੀ ਬੱਚੀ ਕਿੱਥੇ ਹੋਵੇਗੀ। ਸੋ ਦੋਸਤੋ, ਕਹਾਣੀ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਤੇ ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਜੀ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।